ਮੀਟੀ ਅੱਖ ਲਿਖਣ ਦੀ ਮੈਨੂੰ ਆਦਤ ਹੈ, ਪਰ ਮੈਂ ਸ਼ਾਇਰ ਨਹੀਂ। ਮੈਂ ਸ਼ਾਇਰ ਨਹੀਂ, ਪਰ ਮੇਰਾ ਦਾਅਵਾ ਹੈ, ਪੰਜਾਬਣ ਧੀ ਜੰਮੇ ਜਾਂ ਪੁੱਤਰ, ਸ਼ਾਇਰ ਜ਼ਰੂਰ ਜੰਮਦੀ ਹੈ। ਇਸ ਕੌਂਦੀ ਹੋਈ ਧਰਤੀ 'ਤੇ ਬੱਕਰੀਆਂ, ਮੱਝਾਂ, ਗਾਈਆਂ, ਊਂਠ ਚਾਰਦੇ ਹੋਏ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੇ ਮਦਰਸਿਆਂ ਤੋਂ ਬਹੁਤ ਦੂਰ ਤੇ ਨਾਵਾਕਿਫ ਮੁੰਡੇ ਤਰੰਜਨਾਂ 'ਚ ਚਰਖਾ ਕੱਤਦੀਆਂ ਤੇ ਪਿੰਡੋਂ ਬਾਹਰ ਮੈਦਾਨ ਵਿੱਚ ਚੰਨ ਦੀ ਲੋਏ ਕਿੱਕਲੀ ਪਾਉਂਦੀਆਂ ਮਟਿਆਰਾਂ, ਵੀਰਾਂ ਦੀ ਘੋੜੀ ਗਾਉਂਦੀਆਂ ਭੈਣਾਂ, ਸਿੱਠਣੀਆਂ ਦਿੰਦੀਆਂ ਵਹੁਟੀ ਦੇ ਪਿੰਡ ਵਾਲੀਆਂ, ਜਵਾਨਾਂ ਤੇ ਬੁੱਢੜੀਆਂ, ਪੀਂਘਾਂ ਝੂਟਦੀਆਂ ਕੁੜੀਆਂ, ਉਹ ਸ਼ਾਇਰਾਨਾ ਗੱਲਾਂ ਕਹਿ ਜਾਂਦੀਆਂ ਨੇ ਭਈ ਦੁਨੀਆ ਜਹਾਨ ਦੀ ਕਲਾਸੀਕਲ ਸ਼ਾਇਰੀ ਸਿਰ ਨੀਵਾਂ ਕਰਕੇ ਰਹਿ ਜਾਵੇ। ਇਹ ਮਾਈਆ, ਇਹ ਬੋਲੀਆਂ, ਇਹ ਸਿੱਧਾਂ, ਇਹ ਦੋੜੇ, ਇਹ ਡੋਲੇ ਮੇਰੇ ਇਸ ਦਾਅਵੇ ਦਾ ਸਬੂਤ ਨੇ। ਮੈਂ ਬਹੁਤੀ ਲੰਮੀ ਗੱਲ ਨਹੀਂ ਕਰਦਾ। ਜਿਹੜਾ ਨਹੀਂ ਮੰਨਦਾ ਉਹ ਅਦਬ ਨਵਾਜ਼ ਨਹੀਂ, ਸੁਖਨ ਫਹਿਮ ਨਹੀਂ, ਹਾਂ ਫੇਰ ਉਹਨੂੰ ਪੰਜਾਬੀ ਜ਼ੁਬਾਨ ਨਹੀਂ ਆਉਂਦੀ। ਸ਼ਾਇਰੀ ਆਮਦ ਦੀ ਹੁੰਦੀ ਹੈ ਜਾਂ ਅਵਾਰਤ ਦੀ, ਗੱਲ ਹੋ ਜਾਂਦੀ ਹੈ ਜਾਂ ਗੱਲ ਕੜੀ ਬਣਾਈ ਜਾਂਦੀ ਹੈ। ਜੇ ਸ਼ਾਇਰ ਆਪਣੇ ਖਿਆਲ ਦੀ ਅਸਲੀ ਸ਼ਕਲ ਨੂੰ ਲਿਖ ਦੇਵੇ ਤੇ ਉਹ ਆਮਦ ਦੀ ਸ਼ਾਇਰੀ ਹੈ, ਤੇ ਜੇ ਉਹ ਇਸ ਦੀ ਅਸਲ ਸ਼ਕਲ ਨੂੰ ਲਫ਼ਜ਼ ਦੇਣ ਜਾਂ ਲਫ਼ਜ਼ ਦੇਣ ਤੋਂ ਬਾਅਦ ਲਿਖ ਕੇ ਫਿਰ ਇਹਦਾ ਵਜ਼ਨ, ਬਹਿਰ, ਇਹਦੀ ਤਕਤੀਤ ਦੁਰਸਤ ਕਰੇ ਤੇ ਉਹ ਆਪਣੀ ਆਮਦ ਨੂੰ ਅਵਾਰਤ ਆਲੂਦ ਕਰ ਰਿਹਾ ਹੁੰਦਾ ਹੈ। ਕੋਈ ਵੀ ਇਹ ਦਾਅਵਾ ਖਬਰੇ ਨਾ ਕਰ ਸਕੇ ਭਈ ਉਹਨੇ ਆਪਣੀ ਆਮਦ ਨੂੰ ਉਂਝ ਹੀ ਲਿਖ ਕੇ ਫਿਰ ਕਿਸੇ ਹਰਫ ਦਾ ਘਾਟਾ ਵਾਧਾ ਨਹੀਂ ਕੀਤਾ ਜਾਂ ਲਫ਼ਜ਼ਾਂ ਨੂੰ ਅਗਾਂਹ ਪਿਛਾਂ ਨਹੀਂ ਦਿਖਾਇਆ, ਬਸ ਇੰਜ ਕਰਦੇ ਨੇ। ਇਸ ਲਈ ਜਿੰਨੀ ਸ਼ਾਇਰੀ ਸਾਡੇ ਸਾਹਮਣੇ ਹੈ ਉਹਦੇ 'ਚੋਂ ਕਿਸੇ ਨੂੰ ਵੀ ਖਾਲਸ ਆਮਦ ਦੀ ਸ਼ਾਇਰੀ ਨਹੀਂ ਕਿਹਾ ਜਾ ਸਕਦਾ। ਅਵਾਰਤ ਉਹਦੇ ਵਿੱਚ ਸ਼ਾਮਲ ਹੈ। ਹਰ ਕਿਸੇ ਨੇ ਆਪਣੀ ਆਮਦ ਨੂੰ ਅਵਾਰਤ ਦੀ ਮਾਰ ਜ਼ਰੂਰ ਦਿੱਤੀ ਹੈ, ਖਬਰੇ ਗ੍ਰਾਮਰ ਕੋਲੋਂ ਡਰਦਿਆਂ ਜਾਂ ਗ੍ਰਾਮਰ ਦਾਨਾਂ ਕੋਲੋਂ ਘਬਰਾ ਕੇ। ਇਸ ਲਈ ਇਹ ਅੰਦਾਜ਼ਾ ਲਾਣਾ ਮੁਸ਼ਕਲ ਹੋ ਜਾਂਦਾ ਹੈ ਕਿ ਸਾਹਿਬੇ ਦੀਵਾਨ ਮੌਜ਼ੂ ਸੀ ਜਾਂ ਉਹ ਗ੍ਰਾਮਰਦਾਨ ਵੱਡਾ ਸੀ, ਜਾਂ ਫਿਰ ਇਹ ਤਾਂ ਨਹੀਂ ਪਈ ਉਹਦੀ ਗ੍ਰਾਮਰਦਾਨੀ ਨੇ ਉਹਦੀ ਤਬਾਹ ਨੂੰ ਮੌਜ਼ੂ ਕਰ ਦਿੱਤਾ ਹੋਵੇ ਤੇ ਇੰਜ ਘੜੇ ਹੋਏ ਆਲਮਾਂ ਨੇ ਪਦਾਇਸ਼ੀ ਆਲਮਾਂ ਨੂੰ ਪਛਾੜ ਦਿੱਤਾ ਹੋਵੇ। ਕਲਾਮ ਵਿੱਚ ਸ਼ਰੀਅਤ ਹੋਵੇ, ਗਨਾਹ ਹੋਵੇ, ਇਹ ਲਫ਼ਜ਼ ਗਾਉ ਸਕਦੇ ਤੇ ਠੁਮਕ ਸਕਦੇ ਹੋਵਣ ਤੇ ਜ਼ਰੂਰੀ ਨਹੀਂ ਪਈ ਅਵਾਰਤ ਦਾ ਸਹਾਰਾ ਲਿਆ ਜਾਏ। ਵਜ਼ਨ, ਬਹਿਰ, ਕਾਫੀਆ, ਗਰਜ਼ੀਆ ਕੇ ਤਕਤੀਤ ਦਾ ਸਾਰਾ ਇਲਮ ਅਵਾਰਤ ਹੈ ਤੇ ਸ਼ਾਇਰੀ ਦੀ ਅਸਲ ਨੂੰ ਅਵਾਰਤ ਆਲੂਦ ਕਰ ਦਿੰਦਾ ਹੈ। ਤੇ ਅਵਾਰਤ ਆਲੂਦ ਕਰਨ ਦੀ ਇੰਨੀ ਪੁਰਾਣੀ ਤੇ ਇੰਨੀ ਪੱਕੀ ਰਸਮ ਹੈ ਭਈ ਕੋਈ ਇਸ ਨੂੰ ਤੋੜਨ ਦੀ ਜੁਰਤ ਵੀ ਨਹੀਂ ਕਰ ਸਕਦਾ। ਮੈਂ ਇੰਨਾ ਬਹੁਤਾ ਪੜ੍ਹਿਆ ਲਿਖਿਆ ਹੋਵਣ ਦਾ ਦਾਅਵਾ ਨਹੀਂ ਕਰਦਾ, ਪਰ ਸ਼ਾਇਰੀ ਦੇ ਫਨ 'ਤੇ ਜੇ ਮੈਂ ਕੋਈ ਕਿਤਾਬ ਲਿਖਾਂ ਤੇ ਹੋ ਸਕਦਾ ਹੈ ਇੱਕ ਅੱਧੀ ਬਹਿਰ ਦਾ ਇਜ਼ਾਫਾ ਹੋ ਹੀ ਜਾਏ, ਕੁਝ ਨਵੇਂ ਕਾਫੀਏ ਅਦਬ ਦੀ ਝੋਲੀ ਵਿੱਚ ਆ ਪੈਣ, ਕੁਝ ਹਰਫਾਂ ਦੇ ਜੋੜ ਬਦਲ ਜਾਣ ਤੇ ਗ੍ਰਾਮਰਦਾਨ ਕੋਈ ਨਵਾਂ ਅਸੂਲ ਵਜ਼ਾ ਹੋ ਜਾਏ। ਪਰ ਮੈਂ ਖਬਰੇ ਰਸਮਾਂ ਤੋੜਨ ਦਾ ਸ਼ੌਕੀਨ ਹਾਂ ਭਈ ਮੈਂ ਇਸ ਰਸਮ ਨੂੰ ਤੋੜਨ ਦਾ ਵੀ ਫੈਸਲਾ ਕਰ ਲਿਆ, ਭਾਵੇਂ ਕਿੰਨਾ ਵੱਡਾ ਖਤਰਾ ਹੀ ਕਿਉਂ ਮੁੱਲ ਨਾ ਲੈਣਾ ਪਵੇ। ਮੈਂ ਇਹ ਸੋਚਿਆ ਮੈਂ ਪੰਜਾਬੀ ਹਾਂ, ਮੈਨੂੰ ਖਿਆਲ ਪੰਜਾਬੀ ਵਿੱਚ ਹੀ ਆਉਂਦੇ ਨੇ। ਉਰਦੂ, ਫਾਰਸੀ, ਅਰਬੀ, ਅੰਗਰੇਜ਼ੀ, ਹਿੰਦੀ ਵਿੱਚ ਤੇ ਮੈਂ ਆਪਣੇ ਖਿਆਲਾਂ ਦਾ ਤਰਜਮਾ ਬਿਆਨ ਕਰਨਾ ਵਾ, ਆਪਣੇ ਅਸਲ ਖਿਆਲ ਤੇ ਨਹੀਂ ਲਿਖਦਾ। ਕਿਉਂ ਨਾ ਮੈਂ ਆਪਣੇ ਪੰਜਾਬੀ ਖਿਆਲ ਨੂੰ ਪੰਜਾਬੀ ਵਿੱਚ ਹੀ ਲਿਖਾਂ। ਇਹ ਸਹੁੰ ਖਾ ਕੇ ਭਈ ਮੈਂ ਇਹਦੇ ਨਾਲ ਕੋਈ ਹੇਰ ਫੇਰ ਨਹੀਂ ਕਰਨਾ, ਭਾਵੇਂ ਗ੍ਰਾਮਰ ਮੇਰੇ ਪਿੱਛੇ ਡੰਡਾ ਲੈ ਕੇ ਹੀ ਦੌੜ ਪਵੇ। ਮੈਨੂੰ ਲਿਖਦਿਆਂ ਰਹਿਣ ਦੀ ਆਦਤ ਹੈ, ਪਰ ਲਿਖ ਕੇ ਸਾਂਭ ਕੇ ਰੱਖਣ ਦੀ ਆਦਤ ਨਹੀਂ। ਮੈਂ ਕਈ ਕੁਝ ਲਿਖਿਆ ਪਰ ਗਵਾਚ ਗਿਆ, ਜੋ ਬਚ ਗਿਆ ਉਹ ਇਤਫਾਕ ਹੀ ਮੰਨ ਲਓ। ਮੈਂ ਬਿਮਾਰ ਹੋਇਆ ਤੇ ਮੇਰੇ ਸੱਜਣ ਮੁਸ਼ਤਾਕ ਬੱਟ ਨੇ ਤੇ ਤਾਇਬ ਰਿਜ਼ਵੀ ਖਬਰ ਪੁੱਛਣ ਆਏ, ਪਰੇਸ਼ਾਨ ਹੋਏ। ਇਹਨਾਂ ਨੂੰ ਖਿਆਲ ਆਇਆ ਮੈਂ ਮਰ ਜਾਵਾਂਗਾ, ਪਤਾ ਨਹੀਂ ਕਿਉਂ ਜ਼ਿੱਦੇ ਪੈ ਗਏ ਭਈ ਜੋ ਕੁਝ ਬਚ ਗਿਆ ਹੈ ਇਕੱਠਾ ਕਰਕੇ ਛਪਵਾ ਦਿਓ। ਮੇਰੇ ਪਲੇਠੀ ਦੇ ਤੇ ਸਭ ਤੋਂ ਲਾਡਲੇ ਪੁੱਤਰ ਸਈਦ ਦੀ ਵੀ ਇਹੋ ਮੰਗ ਸੀ। ਕਾਗਜ਼ਾਂ 'ਚੋਂ ਇਹਨਾਂ ਨੇ ਕੁਝ ਲਿਖਤਾਂ ਕੱਢ ਕੇ 1969 ਤੋਂ 1971 ਤੱਕ ਦੀਆਂ ਬਚੀਆਂ ਹੋਈਆਂ ਨਜ਼ਮਾਂ ਤਰਤੀਬ ਦੇ ਕੇ ਕਾਤਬ ਦੇ ਹਵਾਲੇ ਕਰ ਦਿੱਤੀਆਂ। ਹੁਣ ਇਹਨੂੰ ਕੌਣ ਰੋਕ ਸਕਦਾ ਹੈ। ਕਾਤਬ ਸਾਹਿਬ ਨੇ ਕੁਝ ਨਜ਼ਮਾਂ ਗਵਾ ਦਿੱਤੀਆਂ, ਜਿਹੜੀਆਂ ਬਾਕੀ ਰਹਿ ਗਈਆਂ ਉਹ ਇਸ ਕਿਤਾਬ ਵਿੱਚ ਨੇ। ਇਹ ਉਹ ਖਿਆਲ ਨੇ, ਆਮਦ ਦੀ ਉਹ ਤਸਵੀਰ ਨੇ ਜਿਸ ਦੀ ਨੋਕ ਪਲਕ ਨੂੰ ਜੀਂਦਿਆਂ ਹੋਇਆਂ ਵੀ ਇਸ ਲਈ ਨਹੀਂ ਸਵਾਰਿਆ ਭਈ ਕਿਤੇ ਅਵਾਰਤ ਸ਼ਾਮਲ ਨਾ ਹੋ ਜਾਵੇ।
ਅਲੜ ਦੁਸ਼ੀਜ਼ਾ ਤੇ ਬਣੀ ਸਬਰੀ ਹੋਈ ਵਹੁਟੀ ਦੀ ਜਾਜ਼ਬੀਅਤ ਇੱਕ ਨਹੀਂ ਹੁੰਦੀ ਤੇ ਮੈਨੂੰ ਬਣੀਆਂ ਸਬਰੀਆਂ ਹੋਈਆਂ ਵਹੁਟੀਆਂ ਕਦੇ ਵੀ ਚੰਗੀਆਂ ਨਹੀਂ ਲੱਗੀਆਂ। ਮੈਨੂੰ ਨੰਗੇ ਪੈਰੀਂ ਸਿਰ 'ਤੇ ਲੱਸੀ ਦਾ ਬੁੱਲ ਨਾ ਚੁੱਕੀਆਂ ਹੋਈਆਂ ਅਣਸਬਰੇ ਵਾਲਾਂ ਵਾਲੀਆਂ ਹਿੱਕ ਟੱਕਦੀਆਂ ਮੁਰੱਬਿਆਂ ਨੂੰ ਵੀਰਾਂ ਦੀ ਰੋਟੀ ਲੈ ਜਾਂਦੀਆਂ ਹੋਈਆਂ ਉਹ ਕੁੜੀਆਂ ਹੀ ਚੰਗੀਆਂ ਲੱਗਦੀਆਂ ਨੇ ਜਿਨ੍ਹਾਂ ਨੂੰ ਮੈਂ ਭੈਣ ਆਖ ਸਕਾਂ, ਧੀ ਕਹਿ ਕੇ ਆਵਾਜ਼ ਮਾਰ ਸਕਾਂ, ਭਾਵੇਂ ਉਹ ਆਪਣੇ ਵਿਆਹ ਦੇ ਮੁਤਲਕ ਹੀ ਸੋਚਦੀਆਂ ਕਿਉਂ ਨਾ ਜਾ ਰਹੀਆਂ ਹੋਣ। ਪੇਂਡੂ ਜੂ ਹੋਇਆ ਇਹ ਗੱਲ ਵੀ ਪਤਾ ਨਹੀਂ ਕਿਉਂ ਹੈ ਭਈ ਮੈਨੂੰ ਆਪਣੇ ਪਿੰਡ ਦੀਆਂ ਕੁੜੀਆਂ ਹੀ ਸਭ ਕੁੜੀਆਂ ਤੋਂ ਚੰਗੀਆਂ ਲੱਗਦੀਆਂ ਨੇ। ਭੈਣਾਂ ਜੇ ਹੋਈਆਂ, ਧੀਆਂ ਜੇ ਹੋਈਆਂ, ਪਿੰਡ ਦੀਆਂ ਨੂੰਹਾਂ ਤੇ ਮੇਰਾ ਜੀ ਕਰਦਾ ਏ ਮੈਥੋਂ ਕੁੰਡੀ ਕੱਢੀ ਰੱਖਣ, ਭਾਵੇਂ ਮੈਂ ਉਹਨਾਂ ਦਾ ਵੀ ਵੀਰ ਭਰਾ ਪਿਓ ਹੀ ਹਾਂ ਸਵਾਏ ਆਪਣੀ ਭਰਜਾਈ ਜ਼ਬੈਦਾ ਦੇ। ਕਿਉਂ ਜੇ ਉਹਦਾ ਭਰਾ ਕੋਈ ਨਹੀਂ, ਪਤਾ ਨਹੀਂ ਜਿਹਨੂੰ ਮੈਂ ਭੈਣ ਜਾਂ ਧੀ ਨਾ ਆਖ ਸਕਾਂ ਉਹ ਮੈਨੂੰ ਇੰਜ ਕਿਉਂ ਮਾਲੂਮ ਹੁੰਦੀ ਏ ਜਿਵੇਂ ਮੇਰੀ ਉਰਦੂ ਜਾਂ ਅੰਗਰੇਜ਼ੀ ਵਿੱਚ ਲਿਖੀ ਹੋਈ ਕੋਈ ਨਜ਼ਮ ਹੋਵੇ। ਜਿਹੜੇ ਲੋਕ ਇਹ ਕਹਿੰਦੇ ਨੇ ਭਈ ਉਹਨਾਂ ਦੀ ਤਬੀਅਤ ਇੰਨੀ ਮੌਜ਼ੂ ਹੈ, ਉਹਨਾਂ ਨੂੰ ਖਿਆਲ ਹੀ ਤਖਤੀ ਦੇ ਅਸੂਲਾਂ ਦੇ ਮੁਤਾਬਕ ਆਉਂਦੇ ਨੇ, ਉਹ ਝੂਠ ਬੋਲਦੇ ਨੇ। ਪਤਾ ਨਹੀਂ ਕਿੰਨਾ ਕਿੰਨਾ ਚਰ ਮਿਸਰੇ ਗੁਨਗੁਨਾਉਂਦੇ ਰਹਿੰਦੇ ਨੇ। ਨਿੱਜੀ ਦੋਸਤਾਂ ਨੂੰ ਤੇ ਕਹਿੰਦੇ ਨੇ ਪਰਸੋਂ ਦੀ ਗਜ਼ਲ ਲਿਖ ਰਿਹਾ ਵਾਂ, 4 ਮਿਸਰੇ ਮੌਜ਼ੂ ਹੋ ਗਏ ਨੇ, 3 ਹੋਰ ਹੋ ਜਾਣ ਤੇ ਗਜ਼ਲ ਸਮਝੋ ਮੁਕੰਮਲ ਹੋ ਗਈ। ਤੇ ਮੁਸ਼ਾਇਰਿਆਂ ਵਿੱਚ ਕਹਿੰਦੇ ਨੇ ਬਸ ਤਬੀਅਤ ਆਮਦ ਤੇ ਸੀ, ਆਂਦਿਆਂ ਆਂਦਿਆਂ ਤੁਰਦਿਆਂ ਤੁਰਦਿਆਂ ਗਜ਼ਲ ਮੌਜ਼ੂ ਹੋ ਗਈ। ਅਰਜ਼ ਕਰਨਾ ਵਾਂ ਇਹ ਵਤੀਰਾ ਅਦਬੀ ਨਹੀਂ, ਅਦਬ ਨੂੰ ਸੁਹਾਂਦਾ ਵੀ ਨਹੀਂ। ਮੈਂ ਇੰਜ ਨਹੀਂ ਕਰ ਸਕਿਆ, ਮੈਥੋਂ ਇਹ ਨਹੀਂ ਹੋ ਸਕਦਾ। ਮੈਨੂੰ ਖਿਆਲ ਆਇਆ, ਮੈਂ ਕਲਮ ਚੁੱਕੀ ਤੇ ਲਿਖ ਦਿੱਤਾ। ਜੋ ਲਿਖਿਆ ਗਿਆ ਫਿਰ ਹੇਰ ਫੇਰ ਨਹੀਂ ਕੀਤਾ। ਮੈਂ ਕਦੀ ਕਿਸੇ ਨਜ਼ਮ ਨੂੰ ਟੋਟੇ ਕਰਕੇ ਨਹੀਂ ਲਿਖਿਆ, ਇੱਕੋ ਵਾਰੀ ਵਿੱਚ ਜਿੰਨੀ ਲਿਖੀ ਗਈ ਬਸ ਲਿਖੀ ਗਈ। ਇਹ ਹਰਕਤ ਕਿਸੇ ਨੂੰ ਪਸੰਦ ਆਏ ਭਾਵੇਂ ਨਾ ਆਏ, ਮੈਂ ਲਿਖਦਿਆਂ ਜਾਂ ਤਕਰੀਰ ਕਰਦਿਆਂ ਹੋਇਆਂ ਗਾਲ ਖਾ ਸਕਣਾ, ਅਵਾਰਤ ਦਾ ਸਹਾਰਾ ਨਹੀਂ ਲੈ ਸਕਦਾ। 1973 ਤੋਂ ਬਾਅਦ ਦੀਆਂ ਨਜ਼ਮਾਂ ਛਾਪਣ ਦਾ ਵੇਲਾ ਤੇ ਹੈ, ਪਰ ਮੇਰੇ ਕੋਲ ਅਜੇ ਇੰਨੇ ਪੈਸੇ ਨਹੀਂ। ਜਿਉਂਦਾ ਰਿਹਾ ਤੌਫੀਕ ਹੋਈ ਤੇ ਇਹ ਕੰਮ ਵੀ ਹੋ ਜਾਏਗਾ, ਨਹੀਂ ਤੇ ਕੋਈ ਹੋਰ ਕਰ ਛੜੇਗਾ। ਗ੍ਰਾਮਰਦਾਰ ਮੈਨੂੰ ਮਾफ़ ਕਰਨ, ਮੈਂ ਪੜ੍ਹਿਆ ਲਿਖਿਆ ਅਰਬੀ, ਉਰਦੂ, ਅੰਗਰੇਜ਼ੀ ਜਾਂ ਕੁਝ ਹੋਰ ਦਾਨ ਅਖਵਾਨਨ ਨਾਲੋਂ ਦਿਨੇ ਡੰਗਰ ਚਾਰਦਾ ਤੇ ਇਸ਼ਾ ਵੇਲੇ ਪੱਟੀ ਦੀ ਬੁੱਬਲ ਸੇਕਦਾ, ਸਰਦੀਆਂ ਦੀ ਚਾਨਣੀ ਰਾਤ ਵਿੱਚ ਨਿਤਰੀ ਹੋਈ ਸੋਚ ਨੂੰ ਗੌਣ ਬਣਾਉਂਦਾ ਪੇਂਡੂ ਹੀ ਚੰਗਾ ਲੱਗਣਾ ਵਾ। ਮੇਰੀ ਅਸਲ ਇਹੋ ਹੀ ਏ, ਡਬਲ ਗ੍ਰੈਜੂਏਟ, ਸੁਪਰੀਮ ਕੋਰਟ ਦਾ ਵਕੀਲ ਹੋਣਾ ਤੇ ਮੇਰੀ ਅਵਾਰਤ ਦੀ ਦੇਣ ਹੈ। ਇਹ ਨਜ਼ਮਾਂ ਇਸ ਗੱਲ ਦੀ ਗਵਾਹੀ ਜ਼ਰੂਰ ਦੇਣਗੀਆਂ। ਰਫੀਕ ਅਹਿਮਦ ਬਾਜਵਾ।